कारोबार संबंधी इश्तिहार लगवाउण लई संपर्क करो साडे नंबर 2013124180 ਜਾਂ ਸਾਡੀ ਈਮੇਲ ਆਈਡੀ preetnamausa@gmail.com। ਤੁਸੀਂ ਦੇਖ ਰਹੇ ਹੋ ਪ੍ਰੀਤਨਾਮਾ ਟੀਵੀ। ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਅੱਜ ਦੇ ਮਸ਼ੀਨੀ ਅਤੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨਾਲੋਂ ਵਿਮੁਖ ਹੁੰਦੀ ਜਾ ਰਹੀ ਹੈ। ਉਹਨਾਂ ਨੂੰ ਇਹ ਅਹਿਸਾਸ ਨਹੀਂ ਰਿਹਾ ਕਿ ਪੁਰਾਣੇ ਸਮਿਆਂ ਵਿੱਚ ਜਦੋਂ ਸਾਰੇ ਕੰਮ ਹੱਥੀਂ ਕਰਨੇ ਪੈਂਦੇ ਸੀ ਤਾਂ ਜ਼ਿੰਦਗੀ ਕਿਹੋ ਜਿਹੀ ਹੁੰਦੀ ਸੀ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਪੰਜਾਬੀ ਸੱਭਿਆਚਾਰ ਅਤੇ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਰੱਖਣ ਲਈ ਬਾਬਾ ਆਇਆ ਸਿੰਘ ਰਿਆਲਟੀ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਆਪਣੇ ਪ੍ਰਿੰਸੀਪਲ ਨਿਸ਼ਾਨ ਸਿੰਘ ਦੀ ਪ੍ਰੇਰਨਾ ਸਦਕਾ ਇੱਕ ਖਾਸ ਪਹਿਲ ਕਦਮੀ ਕੀਤੀ ਗਈ ਹੈ। ਚਿੱਟੇ ਰੰਗ ਦੀ ਇਨੋਵਾ ਗੱਡੀ ਰਾਤ ਵੇਲੇ ਨਿਕਲ ਕੇ ਕਿਸਾਨਾਂ ਦੇ ਖੇਤਾਂ ਵਿੱਚੋਂ ਮੋਟਰ ਚੋਰੀ ਕਰਨ ਵਾਲੇ ਗਿਰੋਹ ਦਾ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਪਰਦਾਫਾਸ਼ ਕੀਤਾ ਗਿਆ। ਮੋਗਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਇੱਕ ਵਿਆਹ ਸਮਾਗਮ ਵਿੱਚ ਲਾੜੇ ਦੇ ਸ਼ਰਾਬੀ ਰਿਸ਼ਤੇਦਾਰਾਂ ਨਾਲ ਫੋਟੋ ਖਿਚਵਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ ਨੇ। ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਅਧੀਨ ਪੈਂਦੇ ਨੰਗਲ ਵਿਖੇ ਇੱਕ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਇਸ ਵਿੱਚ ਕਾਰ ਵਿੱਚ ਸਵਾਰ 4 ਵਿਅਕਤੀਆਂ ਵਿੱਚੋਂ 3 ਦੀ ਮੌਕੇ ਤੇ ਹੀ ਮੌਤ ਹੋ ਗਈ ਹੈ, ਜਦਕਿ ਇੱਕ ਨੂੰ ਲੋਕਾਂ ਵੱਲੋਂ ਬਚਾ ਲਿਆ ਗਿਆ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਦੇ ਮਸ਼ੀਨੀ ਅਤੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨਾਲੋਂ ਵਿਮੁਖ ਹੁੰਦੀ ਜਾ ਰਹੀ ਹੈ। ਉਹਨਾਂ ਨੂੰ ਇਹ ਅਹਿਸਾਸ ਨਹੀਂ ਰਿਹਾ ਕਿ ਪੁਰਾਣੇ ਸਮਿਆਂ ਵਿੱਚ ਜਦੋਂ ਸਾਰੇ ਕੰਮ ਹੱਥੀਂ ਕਰਨੇ ਪੈਂਦੇ ਸੀ ਤਾਂ ਜ਼ਿੰਦਗੀ ਕਿਹੋ ਜਿਹੀ ਹੁੰਦੀ ਸੀ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਪੰਜਾਬੀ ਸੱਭਿਆਚਾਰ ਅਤੇ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਰੱਖਣ ਲਈ ਬਾਬਾ ਆਇਆ ਸਿੰਘ ਰਿਆਲਟੀ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਆਪਣੇ ਪ੍ਰਿੰਸੀਪਲ ਨਿਸ਼ਾਨ ਸਿੰਘ ਦੀ ਪ੍ਰੇਰਨਾ ਸਦਕਾ ਇੱਕ ਖਾਸ ਪਹਿਲ ਕਦਮੀ ਕੀਤੀ ਗਈ ਹੈ। ਕਾਲਜ ਦੀਆਂ ਬੱਚੀਆਂ ਵੱਲੋਂ ਆਪਣੇ ਘਰਾਂ ਵਿੱਚ ਦਾਦੀਆਂ ਪੜਦਾਦੀਆਂ ਯਾਨੀ ਕਿ ਪੁਰਾਣੇ ਬਜ਼ੁਰਗਾਂ ਦਾ ਪਿਆ ਪੁਰਾਣਾ ਸਮਾਨ ਇੱਕ ਜਗ੍ਹਾ ਤੇ ਇਕੱਠੇ ਕਰਕੇ ਕਾਲਜ ਵਿੱਚ ਇੱਕ ਵਿਰਾਸਤੀ ਘਰ ਬਣਾਇਆ ਗਿਆ, ਜਿਸ ਨੂੰ ਵੇਖ ਕੇ ਪੁਰਾਣੇ ਸਮੇਂ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ। ਮੇਰਾ ਨਾਮ ਨਵਜੋਤ ਕੌਰ ਆ। ਮੈਂ ਲੀਲ ਕਲਾਂ ਪਿੰਡ ਤੋਂ ਆ ਤੇ ਇੱਥੇ ਡੇ ਸਕਾਲਰ ਦੀ ਸਟੂਡੈਂਟ ਆ। ਇਹਦੇ ਵਿੱਚ ਕੀ ਆ ਕਿ ਸਾਡੇ ਕਾਲਜ ਦਾ ਨਾਮ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਆ। ਅਸੀਂ ਇਹਦੇ ਵਿੱਚ ਆਪਣੀਆਂ ਸਾਰੀਆਂ ਜਿਹੜੀਆਂ ਵਿਰਾਸਤੀ ਚੀਜ਼ਾਂ ਨੇ, ਸੱਭਿਆਚਾਰਕ ਚੀਜ਼ਾਂ ਨੇ ਜਿਹੜੀਆਂ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਨੇ, ਸਾਰੀਆਂ ਨੂੰ ਅਸੀਂ ਸੰਭਾਲ ਕੇ ਰੱਖਿਆ ਹੋਇਆ ਆ। ਤੁਹਾਨੂੰ ਇਹਦੇ ਵਿੱਚ ਜਿੱਦਾਂ ਬੱਚਿਆਂ ਨੇ ਆਪਣੀਆਂ ਦਾਦੀਆਂ ਪੜਦਾਦੀਆਂ ਜਾਂ ਨਾਨੀਆਂ ਕੋਲੋਂ ਜਿਹੜਾ ਸਮਾਨ ਸੀਗਾ ਜਿਹੜਾ ਉਹਨਾਂ ਦੀ ਘਰ ਵਰਤੋਂ ਲਈ ਹੁਣ ਨਹੀਂ ਚੱਲਦਾ ਹੈਗਾ, ਜਿਵੇਂ ਚਰਖੇ ਹੋ ਗਏ ਜਾਂ ਫਿਰ ਚਾਟੀਆਂ ਮਧਾਣੀਆਂ ਹੋ ਗਈਆਂ, ਉਹ ਬੱਚੇ ਜਿਹੜੇ ਆਪਣੇ ਘਰ ਤੋਂ ਖੁਦ ਆਪਣੀ ਮਰਜ਼ੀ ਦੇ ਨਾਲ ਜਿਹੜੇ ਆ ਸਾਡੇ ਵਿਰਾਸਤ ਘਰ ਦੇ ਵਿੱਚ ਲੈ ਕੇ ਆਏ। ਕਾਲਜ ਦੇ ਵਿੱਚ ਜਿਹੜਾ ਬਣਿਆ ਹੋਇਆ ਆ, ਬੱਚਿਆਂ ਨੇ ਪੂਰੇ ਸਤਿਕਾਰ ਦੇ ਨਾਲ ਇਹਨੂੰ ਜਿਹੜਾ ਸਾਂਭ ਕੇ ਪੂਰੇ ਪਿਆਰ ਦੇ ਨਾਲ ਰੱਖਿਆ ਹੋਇਆ ਆ। ਜਿਹੜਾ ਵੀ ਸਾਡਾ ਕਾਲਜ ਜਿਹੜਾ ਵੇਖਣ ਆਉਂਦਾ ਆ ਤੇ ਉਹ ਇਸ ਵਿਰਾਸਤ ਘਰ ਨੂੰ ਸਲਾਹੁੰਦਾ ਆ ਕਿ ਹਾਂਜੀ ਤੁਸੀਂ ਉਹ ਚੀਜ਼ਾਂ ਰੱਖੀਆਂ ਹੋਈਆਂ ਨੇ ਜਿਹੜੀਆਂ ਅਲੋਪ ਹੁੰਦੀਆਂ ਜਾ ਰਹੀਆਂ ਤੇ ਕਿਤੇ ਵੀ ਨਹੀਂ ਮਿਲਦੀਆਂ। ਅਸੀਂ ਵੀ ਉਹਨਾਂ ਵਿੱਚੋਂ ਇੱਕ ਹੀ ਆ ਕਿ ਜਿੱਦਾਂ ਆਪਾਂ ਆਪਣੇ ਘਰ ਵਿੱਚ ਇਹ ਚੀਜ਼ਾਂ ਤੇ ਨਹੀਂ ਸੀ ਦੇਖੇ, ਜਿੱਦਾਂ ਚਾਟੀਆਂ ਮਧਾਣੀਆਂ ਤਾਂ ਆਮ ਤੌਰ ਤੇ ਵੇਖਣ ਨੂੰ ਮਿਲ ਹੀ ਜਾਂਦੀਆਂ ਨੇ, ਪਰ ਕੁਝ ਚੀਜ਼ਾਂ ਇਵੇਂ ਦੀਆਂ ਨੇ ਸਾਡੇ ਕਾਲਜ ਵਿੱਚ ਵਿਰਾਸਤ ਘਰ 'ਚ ਜਿਹੜੀਆਂ ਅਸੀਂ ਕਦੇ ਨਹੀਂ ਸੀ ਦੇਖੀਆਂ। ਇੱਥੇ ਆ ਕੇ ਸਾਨੂੰ ਪਤਾ ਲੱਗਾ ਤੇ ਬੜਾ ਮਾਣ ਮਹਿਸੂਸ ਹੁੰਦਾ ਆ ਕਿ ਸਾਡੇ ਕਾਲਜ ਨੇ ਵਿਰਾਸਤੀ ਚੀਜ਼ਾਂ ਨੂੰ, ਸੱਭਿਆਚਾਰਕ ਚੀਜ਼ਾਂ ਨੂੰ ਜਿਹੜਾ ਬੜੇ ਪਿਆਰ ਤੇ ਸਤਿਕਾਰ ਨਾਲ ਸੰਜੋ ਕੇ ਰੱਖਿਆ ਹੋਇਆ ਹੈ। ਅਸੀਂ ਪੁਰਾਣੇ ਸਿੱਕੇ ਨਹੀਂ ਸੀ ਦੇਖੇ। ਹੁਣ ਤੇ ਜਿੱਦਾਂ ਸਿੱਕੇ ਤੇ ਆਮ ਤੌਰ ਤੇ ਹੁਣ ਨਹੀਂ ਚੱਲਦੇ ਹੈਗੇ। ਜਿਹੜੇ ਪੁਰਾਣੇ ਸਿੱਕੇ ਨੇ ਉਹ ਅਸੀਂ ਇੱਥੇ ਆ ਕੇ ਦੇਖੇ ਨੇ। ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਇਹ ਵੀ ਸਿੱਕੇ ਜਿਹੜੇ ਉਹ ਪਹਿਲਾਂ ਚੱਲਦੇ ਹੁੰਦੇ ਸੀਗੇ। ਮੇਰਾ ਨਾਮ ਸੁਪ੍ਰਿਆ ਕੌਰ ਆ। ਮੈਂ ਅੰਮ੍ਰਿਤਸਰ ਤੋਂ ਆ। ਮੈਂ ਇੱਥੇ ਹੋਸਟਲ ਦੀ ਸਟੂਡੈਂਟ ਆ। ਮੈਂ ਇੱਥੇ +1 ਕਲਾਸ ਵਿੱਚ ਆਈ ਸੀ ਤੇ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਇੱਥੇ ਸਾਰੇ ਜਿਹੜੇ ਇੱਥੇ ਜੋ ਵੀ ਵਿਰਾਸਤ ਘਰ 'ਚ ਪੁਰਾਣਾ ਸਮਾਨ ਰੱਖਿਆ ਸਾਡਾ ਵਿਰਾਸਤੀ, ਉਹਦੇ ਬਾਰੇ ਨਹੀਂ ਸੀ ਪਤਾ। ਜਦੋਂ ਆਪਾਂ ਇੱਥੇ ਆਏ ਸਾਨੂੰ ਇੱਥੇ ਆ ਕੇ ਸਾਰੇ ਪੁਰਾਣੇ ਸਮਾਨ ਬਾਰੇ ਸਭ ਕੁਝ ਪਤਾ ਲੱਗਾ।
ਚਿੱਟੇ ਰੰਗ ਦੀ ਇਨੋਵਾ ਗੱਡੀ ਰਾਤ ਵੇਲੇ ਨਿਕਲ ਕੇ ਕਿਸਾਨਾਂ ਦੇ ਖੇਤਾਂ ਵਿੱਚੋਂ ਮੋਟਰ ਚੋਰੀ ਕਰਨ ਵਾਲੇ ਗਿਰੋਹ ਦਾ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਪਰਦਾਫਾਸ਼ ਕੀਤਾ ਗਿਆ। ਇਸ ਗਿਰੋਹ ਦੇ 3 ਮੈਂਬਰ ਹੁਣ ਤੱਕ ਪੁਲਿਸ ਦੇ ਅੜਿੱਕੇ ਆ ਚੁੱਕੇ ਨੇ, ਜਦੋਂ ਕਿ ਅਜੇ ਅੱਧੇ ਫਰਾਰ ਨੇ। ਪੁਲਿਸ ਨੇ ਫੜੇ ਗਏ 3 ਮੋਟਰ ਚੋਰਾਂ ਪਾਸੋਂ ਪੁੱਛਗਿੱਛ ਤੋਂ ਬਾਅਦ ਪੂਰੇ ਦੇ ਪੂਰੇ ਧਰਿਓ ਦਾ ਪਰਦਾਫਾਸ਼ ਕੀਤਾ ਹੈ ਤੇ ਮਾਮਲੇ ਵਿੱਚ 3 ਗ੍ਰਿਫਤਾਰ ਨੌਜਵਾਨਾਂ ਸਮੇਤ 9 ਖਿਲਾਫ ਮਾਮਲਾ ਦਰਜ ਕੀਤਾ ਹੈ। ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ ਲਾਹੌਰੀ ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਸੰਬੰਧ ਵਿੱਚ ਭੈਣੀ ਮੀਆਂ ਖਾਂ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕਿ ਇਹ ਪਿੰਡ ਦੇ ਸਰਪੰਚ ਸਰਦਾਰ ਅਮਰੀਕ ਸਿੰਘ ਜਾਗੋਵਾਲ ਬੇਟ ਨੇ ਜਿਹੜੀ ਆ ਇਤਲਾਹ ਦਿੱਤੀ ਸੀ ਵੀ ਉਹਨਾਂ ਦੀ ਆਪਣੀ ਮੋਟਰ ਤੇ ਪਿੰਡ ਦੇ ਹੋਰ ਵਿਅਕਤੀਆਂ ਦੀਆਂ ਕਾਫੀ ਮੋਟਰਾਂ ਜਿਹੜੀਆਂ ਵਾ ਉਹ 29/1/23 ਤੇ 30/1/23 ਦੀ ਰਾਤ ਨੂੰ ਜਿਹੜੀਆਂ ਚੋਰੀਆਂ ਹੋਈਆਂ ਸਨ ਤੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਵਾ ਮੁਕੱਦਮਾ ਨੰਬਰ 15 ਚੋਰੀ ਦਾ ਜਿਹੜਾ ਵਾ ਭੈਣੀ ਮੀਆਂ ਖਾਂ ਨੇ ਦਰਜ ਕਰਕੇ ਇਹਦੀ ਡੂੰਘਾਈ ਨਾਲ ਤਫਤੀਸ਼ ਕੀਤੀ ਅਤੇ ਇਹ ਪਾਇਆ ਕਿ ਇਹ ਜਿਹੜੀਆਂ ਸਾਰੀਆਂ ਮੋਟਰਾਂ ਵਾ ਇੱਕ ਇਹ ਗੈਂਗ ਬਣਿਆ ਹੋਇਆ ਵਾ ਜਿਨ੍ਹਾਂ ਦੇ ਵਿੱਚ ਜਿਹੜਾ ਇਹਨਾਂ ਦਾ ਮੁੱਖ ਬੰਦੇ ਜਿਹੜੇ ਆ ਇੱਕ ਗੋਰੂ ਜੱਜੀ ਜਸਬੀਰ ਸਿੰਘ ਲਾਡੀ ਸੌਰਵ ਇਹ ਜਿਹੜੇ ਆ ਸੌਰਵ ਤੇ ਨਾਲ ਟਿੰਮਾ ਇਹ ਸਾਰੇ ਵਾਸੀਆਂ ਨੇ ਹੈਗੇ ਆ ਕੋਟ ਖਾਨ ਮੁਹੰਮਦ ਥਾਣਾ ਭੈਣੀ ਮੀਆਂ ਖਾਂ ਦੇ ਤੇ ਇਸ ਤੋਂ ਇਲਾਵਾ ਅਮਨਦੀਪ ਸਿੰਘ ਏਰੀਅਸ ਮੰਨੂ ਵਾਸੀ ਪਿੰਡ ਸੁੱਚਾ ਭਿੰਦਾ ਵਾਸੀ ਤੁਗਲਵਾਲ ਤੇ ਮੌਜੂ ਵਾਸੀ ਖੁਸ਼ਹਾਲਪੁਰ ਇਹਨਾਂ ਨੇ ਇੱਕ ਜਿਹੜਾ ਗਰੋਹ ਬਣਾਇਆ ਹੋਇਆ ਤੇ ਇਲਾਕੇ ਦੇ ਵਿੱਚ ਜਿਹੜਾ ਵਾ ਸਾਰੇ ਕਾਨੂੰਮਾਨ ਭੈਣੀ ਮੀਆਂ ਖਾਂ ਤੇ ਕਾਦੀਆਂ ਸਾਈਡ ਜਿਹੜੇ ਆ ਇਹ ਮੋਟਰਾਂ ਜਿਹੜੀਆਂ ਵਾ ਜ਼ਿਮੀਂਦਾਰਾਂ ਦੀਆਂ ਲਾ ਕੇ ਅੱਗੇ ਜਿਹੜੀਆਂ ਚੋਰੀ ਕਰਕੇ ਵੇਚਦੇ ਆ ਜਿਹਦੇ ਸੰਬੰਧ ਦੇ ਵਿੱਚ ਜਿਹੜੀ ਆ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਦੇ ਵਿੱਚੋਂ ਇਸ ਗਰੋਹ ਦੇ ਵਿੱਚੋਂ ਜਿਹੜਾ ਅਮਨਦੀਪ ਸਿੰਘ ਉਰਫ ਮੰਨੂ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਸੂਚਾ ਤੇ ਸੌਰਵ ਪੁੱਤਰ ਰਮੇਸ਼ ਵਾਸੀ ਕੋਟ ਮੁਹੰਮਦ ਨੂੰ ਮਿਤੀ 8/2/23 ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਜਿਹੜੀ ਆ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਜੋ ਇਹਨਾਂ ਨੇ ਚੋਰੀ ਕਿਸਾਨਾਂ ਦੀਆਂ ਚੋਰੀ ਕੀਤੀਆਂ ਹੋਈਆਂ ਜਿਹੜੀਆਂ ਪਹਿਲੋਂ 5 ਮੋਟਰਾਂ ਜਿਹੜੀਆਂ ਬਰਾਮਦ ਕਰਵਾਈਆਂ ਵਾ ਤੇ ਉਹਨਾਂ ਨੂੰ ਅੱਜ ਜਿਹੜਾ ਵਾ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਕਾਇਦੇ ਅਨੁਸਾਰ ਜਿਹੜਾ ਵਾ 2 ਦਿਨ ਦਾ ਰਿਮਾਂਡ ਲਿਆ ਗਿਆ ਵਾ। ਇਹਨਾਂ ਨੇ ਰਿਮਾਂਡ ਦੌਰਾਨ ਜਿਹੜਾ ਵਾ ਹੋਰ ਵੀ ਜਿਹੜੀਆਂ 2 ਮੋਟਰਾਂ ਸਾਨੂੰ ਬਰਾਮਦ ਕਰਾਈਆਂ। ਇਸ ਤੋਂ ਇਲਾਵਾ ਇੱਕ ਭੁਪਿੰਦਰ ਸਿੰਘ ਭਿੰਦਾ ਜਿਹੜਾ ਤੁਗਲਵਾਲ ਦਾ ਵਾ ਉਹ ਵੀ ਅੱਜ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਵਾ। ਉਹਦੇ ਕੋਲੋਂ ਵੀ ਜਿਹੜੀ ਅਜੇ ਹਾਲ ਦੀ ਘੜੀ 1 ਮੋਟਰ ਬਰਾਮਦ ਹੋਈ ਆ ਤੇ ਇਹ ਜਿਹੜਾ ਸਾਰਾ ਬਾਕੀ ਜਿਹੜੇ ਗਰੋਹ ਦੇ ਮੈਂਬਰ ਆ ਉਹਨਾਂ ਦੇ ਉੱਤੇ ਵੀ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਰੇਡ ਕੀਤੇ ਜਾ ਰਹੇ ਆ। ਇਹਨਾਂ ਨੂੰ ਵੀ 1-2 ਦਿਨ ਦੇ ਵਿੱਚ ਜਿਹੜਾ ਗ੍ਰਿਫਤਾਰ ਕਰਕੇ ਤੇ ਚੋਰੀ ਹੋਈਆਂ ਸਾਰੀਆਂ ਇਲਾਕੇ ਦੇ ਵਿੱਚ ਜਿਹੜੀਆਂ ਮੋਟਰਾਂ ਵਾ ਉਹ ਬਰਾਮਦ ਕੀਤੀਆਂ ਜਾਣਗੀਆਂ ਤੇ ਇਹਨਾਂ ਨਾਲ ਇਸ ਗਰੋਹ ਦੇ ਨਾਲ ਪੂਰੀ ਸਖਤੀ ਨਾਲ ਪੇਸ਼ ਆਇਆ ਜਾਏਗਾ। ਪਿੰਡਾਂ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਵੀ ਆਪਣੀਆਂ ਮੋਟਰਾਂ ਦਾ ਆਪ ਖਿਆਲ ਰੱਖੋ। ਜੇ ਮਤਲਬ ਤੁਹਾਨੂੰ ਇਸ ਸੀਜ਼ਨ ਦੇ ਵਿੱਚ ਇੱਕ ਵਾਰੀ ਪਾਣੀ ਲਾ ਕੇ ਮੁੜ ਕੇ 2 ਮਹੀਨੇ ਪਾਣੀ ਲਾਉਣ ਦੀ ਨਹੀਂ ਲੋੜ ਹੈਗੀ ਤੇ ਉਹ ਚਲੋ ਤੁਹਾਨੂੰ ਥੋੜੀ ਮੁਸ਼ਕਲ ਤੇ ਪੈਂਦੀ ਆ ਪਰ ਆਪਣੀ ਮੋਟਰ ਜਿਹੜੀ ਖੋਲ ਕੇ ਆਪਣੇ ਘਰੇ ਲੈ ਕੇ ਆਓ, ਸੇਫ ਜਗ੍ਹਾ ਤੇ ਲੈ ਕੇ ਆਓ। ਜਿਹੜਾ ਇੱਧਰ ਗਾਂ ਪੈਲੀਆਂ ਦੇ ਵਿੱਚ ਜਿਹੜੀਆਂ ਮੋਟਰਾਂ ਲੱਗੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਆ ਰਾਤ ਨੂੰ ਗਸ਼ਤ ਪੁਲਿਸ ਪਾਰਟੀ ਸੜਕਾਂ ਤੇ ਗਸ਼ਤ ਕਰਦੀ ਆ ਪਰ ਪੈਲੀਆਂ 'ਤੇ ਜਾ ਨਹੀਂ ਸਕਦੀ। ਇਸ ਕਰਕੇ ਅਸੀਂ ਕਿਸਾਨ ਵੀਰਾਂ ਨੂੰ ਵੀ ਇਹੋ ਬੇਨਤੀ ਕਰਦੇ ਹਾਂ ਵੀ ਜੇ ਆਪਣੀਆਂ ਮੋਟਰਾਂ ਜਿਹੜੀਆਂ ਵਾ ਜੇ ਉਹਨਾਂ ਨੂੰ 2 ਮਹੀਨੇ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ ਤਾਂ ਉਹ ਲਾ ਕੇ ਜਿਹੜਾ ਘਰੇ ਲੈ ਆਉਣ। ਸਾਰੇ ਜਿਹੜੇ ਗਰੋਹ ਹੈ ਕਿੰਨੇ ਮੈਂਬਰ ਨਾਮਜ਼ਦ ਕੀਤੇ ਨੇ? ਇਹਦੇ ਵਿੱਚ ਜਿਹੜੇ ਅਸੀਂ ਟੋਟਲ 9 ਜਿਹੜੇ ਬੰਦੇ ਆ ਮੈਂਬਰ ਆ ਇਹਨਾਂ ਦੇ ਨਾਮਜ਼ਦ ਕੀਤੇ ਆ ਜਿਨ੍ਹਾਂ ਵਿੱਚੋਂ 3 ਜਿਹੜੇ ਦੋਸ਼ੀ ਆ ਉਹ ਅਰੈਸਟ ਕਰ ਲਏ। ਹਾਂਜੀ ਉਹਦੀ ਡੂੰਘਾਈ ਨਾਲ ਤਫਤੀਸ਼ ਕਰ ਰਹੇ ਆ। ਇਹਨਾਂ ਦੇ ਖਿਲਾਫ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹੈਗੇ ਜਿਹੜੇ ਵੱਖ-ਵੱਖ ਪੁੱਛਗਿੱਛ ਅੰਦਰ ਅਜੇ ਤੱਕ ਇਹ ਗੱਲ ਸਾਬਤ ਹੋਈ ਆ। ਕਈ ਇਹਨਾਂ ਨੇ ਅੱਗੇ ਜਿਹੜਾ ਵਾ ਆਮ ਲੋਕਾਂ ਨੂੰ ਵੀ ਵੇਚ ਦਿੰਦੇ ਆ ਤੇ ਕਈ ਕਬਾੜੀਆਂ ਨੂੰ ਕਈਆਂ ਨੇ ਆਪਣੇ ਘਰਾਂ ਦੇ ਵਿੱਚ ਵੀ ਜਿਹੜੀਆਂ ਉੱਥੇ ਆਪਣੀਆਂ ਪੈਲੀਆਂ 'ਚ ਆਪ ਚੋਰੀ ਕਰਕੇ ਜਿਹੜੀਆਂ ਉਹ ਵੀ ਮੋਟਰ ਲਾਈ ਆ ਉਹ ਵੀ ਇਹ ਇੱਕ ਬਰਾਮਦ ਕੀਤੀ ਆ। ਇਹਨਾਂ ਨੂੰ ਕੋਲੋਂ ਹੋਰ ਵੀ ਡੂੰਘਾਈ ਨਾਲ ਜਿਹੜੀ ਹੈ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਰ ਚਲੋ ਕੱਟ ਲਓ। ਹਾਂਜੀ ਅਸੀਂ ਜਿਹੜੇ ਸਾਰੇ ਕਿਸਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਵੀ ਇਹਦੇ ਸੰਬੰਧ ਦੇ ਵਿੱਚ ਸਾਨੂੰ ਪਤਾ ਵਾ ਵੀ ਪਿਛਲੇ ਦਿਨੀ ਇਹ ਕਾਫੀ ਚਿਰ ਤੋਂ ਇਹ ਚੋਰੀਆਂ ਜਿਹੜੀਆਂ ਮੋਟਰ ਦੀਆਂ ਹੁੰਦੀਆਂ ਆ ਰਹੀਆਂ ਵਾ। ਅਸੀਂ ਸਾਰਿਆਂ ਨੂੰ ਇਹ ਆਸ਼ਵਾਸਨ ਦਿਵਾਉਂਦੇ ਹਾਂ ਵੀ ਇਹ ਜਿਹੜੇ ਗਰੋਹ ਦੇ ਨਾਲ ਇਹ ਸਖਤੀ ਨਾਲ ਪੇਸ਼ ਆਏਗਾ। ਜੇ ਕੋਈ ਹੋਰ ਵੀ ਇਸ ਤੋਂ ਇਲਾਵਾ ਵੀ ਕੋਈ ਹੋਰ ਸਾਨੂੰ ਪਤਾ ਲੱਗਾ ਵੀ ਇਹ ਜਿਹੜਾ ਮੋਟਰ ਚੋਰੀਆਂ ਕਰਦਾ ਵਾ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਬਿਲਕੁਲ ਕੀਤੀ ਜਾਏਗੀ। ਇਹਨਾਂ ਨਾਲ ਪੂਰਾ ਸਖਤੀ ਨਾਲ ਵਰਤਿਆ ਜਾਏਗਾ ਤੇ ਅਸੀਂ ਸਾਰਿਆਂ ਨਾਲ ਇਹ ਵਾਅਦਾ ਕਰਦੇ ਹਾਂ ਵੀ ਅਸੀਂ ਇਹ ਜਿਹੜੇ ਸਾਰੇ ਗਰੋਹ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਵੱਧ ਤੋਂ ਵੱਧ ਜਿਹੜੀਆਂ ਕਿਸਾਨਾਂ ਦੀਆਂ ਮੋਟਰਾਂ ਬਰਾਮਦ ਕਰਕੇ ਇਹਨਾਂ ਨੂੰ ਵਾਪਸ ਦਿਵਾਵਾਂਗੇ। ਹਾਂਜੀ
ਮੋਗਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਇੱਕ ਵਿਆਹ ਸਮਾਗਮ ਵਿੱਚ ਲਾੜੇ ਦੇ ਸ਼ਰਾਬੀ ਰਿਸ਼ਤੇਦਾਰਾਂ ਨਾਲ ਫੋਟੋ ਖਿਚਵਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ ਨੇ। ਇਸ ਵਿਆਹ ਵਿੱਚ ਅੰਮ੍ਰਿਤ ਮਾਨ ਪਰਫਾਰਮੈਂਸ ਕਰ ਗਏ ਸਨ ਜਦੋਂ ਕਿ ਲਾੜੇ ਦੇ ਰਿਸ਼ਤੇਦਾਰ ਦੇ ਮਾਈਕ ਤੋਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਅੰਮ੍ਰਿਤ ਮਾਨ ਪ੍ਰੋਗਰਾਮ ਅੱਧ ਵਿਚਾਲੇ ਹੀ ਖਤਮ ਕਰਕੇ ਚਲੇ ਗਏ। ਇਸ ਤੋਂ ਬਾਅਦ ਬਰਾਤੀਆਂ ਨੇ ਹੰਗਾਮਾ ਕਰ ਦਿੱਤਾ। ਚਰਨਜੀਤ ਸਿੰਘ ਗਿੱਲ ਕਲਕਲਾ ਕੀ ਗੱਲ ਕੀ ਹੋਈ ਹੈ? ਗੱਲ ਕੀ ਹੋਣੀ ਹੈ? ਅਸੀਂ ਬਰਾਤ ਆਏ ਆ, ਮੇਰੇ ਭਤੀਜੇ ਦਾ ਵਿਆਹ ਅਸੀਂ ਗਾਉਣ ਵਾਲਾ ਕੀਤਾ, ਅਸੀਂ ਸਾਡੇ ਮੇਰੇ ਭਰਾ ਨੇ ਕੀਤਾ ਗਾਉਣ ਵਾਲਾ। ਆਇਆ ਪ੍ਰੋਗਰਾਮ ਲੱਗਾ, ਮੇਰਾ ਲੜਕਾ ਉੱਠ ਕੇ ਉਹਦਾ ਫੋਟੋ ਖਿਚਾਉਣ ਗਿਆ। ਸਿਰਫ ਕੋਈ ਉੱਥੇ ਜਨਾਨੀ ਜੀ ਸੀਗੀ ਜਿਹੜੀ ਗਾਉਣ ਵਾਲੀ ਜਿਹਨੇ ਮੇਰੇ ਮੁੰਡੇ ਨੇ ਛੇੜਖਾਨੀ ਕੀਤੀ ਹੋਵੇ। ਇੱਕ ਗਾਉਣ ਵਾਲੇ ਨਾਲ ਚਲ ਫੈਨ ਉਹਨੂੰ ਚੰਗਾ ਲੱਗਾ, ਕਿਵੇਂ ਵੀ ਲੱਗਾ, ਉਹਨੇ ਫੋਟੋ ਖਿਚਾਉਣ ਗਿਆ। ਉਹਨੂੰ ਧੱਕੇ ਮਾਰੇ, ਗਾਲਾਂ ਕੱਢੀਆਂ। ਕਿਹਨੇ? ਇਹ ਅੰਮ੍ਰਿਤਪਾਲ ਨੇ ਵੀ, ਉਹਦੇ ਗਨਮੈਨਾਂ ਨੇ ਵੀ ਥੱਲੇ ਤਾਰਤਾ। ਚਲੋ ਮੈਂ ਉਹਦੇ ਮੁੰਡੇ ਨੂੰ ਸੰਭਾਲ ਕੇ ਲੈ ਆਏ ਅਸੀਂ, ਸਾਡੇ ਕੋਲੇ ਆ ਕੇ ਬਹਿ ਗਿਆ ਮੁੰਡਾ। ਇਹ ਜਿਹੜਾ ਬੰਦਾ ਉਹਦੇ ਗਨਮੈਨ ਆ, ਉਹ ਨਾਲ ਬਾਕਸਰ ਲੈ ਕੇ ਪੰਛੀ ਸਾਡੇ ਕੋਲੋਂ ਧੱਕੇ ਆ ਕੇ ਉਹਨੂੰ ਗਲੋਂ ਫੜ ਕੇ ਧੱਕੇ ਮਾਰਨ ਲੱਗੇ, ਖਿੱਚ ਕੇ ਜਾਣ ਲੱਗੇ। ਅਸੀਂ ਵਿਰੋਧਤਾ ਕੀਤੀ। ਮੈਂ ਉਹ ਗਨਮੈਨ ਦਾ ਗੁੱਟ ਫੜਿਆ। ਮੈਂ ਕਿਹਾ ਵੀ ਇਹਨੂੰ ਅੰਦਰ ਚੱਲੋ, ਜਦੋਂ ਆਪਣਾ ਕੋਈ ਜ਼ਿੰਮੇਵਾਰ ਬੰਦਾ ਪੁਲਿਸ ਦਾ ਫਿਰ ਛੱਡਾਂਗੇ ਇਹਨੂੰ। ਪੁਲਿਸ ਮੇਰਾ ਬੇਟਾ ਸਰਪੰਚ ਆ ਕਲਕਲਾਂ ਦਾ। ਪੁਲਿਸ ਆ ਗਈ ਜੀ? ਨਹੀਂ, ਪੁਲਿਸ ਨੂੰ ਤਾਂ ਪਿੱਛੇ ਹੀ ਛੱਡਤਾ ਉਹਨਾਂ ਨੇ। ਉਹਦਾ ਆ ਵੀ ਧੱਕੇ ਹੀ ਕਰਨ ਲੱਗੇ। ਸਾਡੇ ਦੋ ਬੰਦੇ ਹੋਰ ਚੱਕੇ ਇਹਨਾਂ ਨੇ। ਅੱਛਾ, ਮੇਰਾ ਮੁੰਡਾ ਸਰਪੰਚ ਆ ਕਲਕਲਾਂ ਦਾ, ਉਹ ਮੈਨੂੰ ਛੁਡਾ ਕੇ ਲੈ ਗਿਆ ਉਹਨੂੰ। ਮੈਂ ਉਹਨੂੰ ਛੱਡਣਾ ਨਹੀਂ ਚਾਹੁੰਦਾ ਸੀ ਉਹ ਗਨਮੈਨ ਨੂੰ। ਮੈਂ ਕਹਿੰਦਾ ਅੰਦਰ ਚੱਲੋ, ਜਦੋਂ ਕੋਈ ਐਸਪੀ ਡੀਐਸਪੀ ਜਾਂ ਕੋਈ ਮੁਲਾਜ਼ਮ ਆਊਗਾ ਫਿਰ ਛੱਡਾਂਗੇ। ਪਰ ਉਹ ਚੱਲ ਮੈਂ ਉਹਦੇ ਲੜਕੇ ਨੇ ਛੱਡਤਾ ਉਹਨੂੰ। ਉਹਨੇ ਸਾਡੇ ਨਾਲ ਗੁੰਡਾਗਰਦੀ ਕੀਤੀ, ਸਾਡੇ ਯਾਰ ਬਰਾਤ ਦੀ ਬੇਇੱਜ਼ਤੀ ਕੀਤੀ, ਸਾਡੇ ਬੁੜੀਆਂ ਦੀ ਬਰਾਤ ਦੀ ਇੱਥੇ ਗਾਲਾਂ ਕੱਢੀਆਂ। ਮੰਗ ਕੀ ਕਰਦੇ ਹੋ ਤੁਸੀਂ? ਮੰਗ ਅਸੀਂ ਕਰਦੇ ਉਹ ਅੰਮ੍ਰਿਤਪਾਲ ਦਾ ਹੀ ਪਰਚਾ ਹੋਵੇ, ਉਹ ਗਨਮੈਨ ਦਾ ਹੀ ਪਰਚਾ ਹੋਵੇ, ਮੇਰੇ ਮੁੰਡੇ ਦਾ ਹੀ ਪਰਚਾ ਹੋਵੇ। ਇਹਨਾਂ ਦਾ ਹੋਇਆ ਸੀਗਾ ਜਗਰਾਵਾਂ 'ਚ ਵੀ ਇਹਨਾਂ ਨੇ ਆਈ ਗੁੰਡਾਗਰਦੀ ਕੀਤੀ, ਉੱਥੇ ਗਰੀਬ ਮੁੰਡੇ ਨੂੰ ਕੁੱਟਿਆ ਸੀਗਾ। ਉਹੀ ਇਹਨਾਂ ਨੇ ਸੈਟਲ ਇੱਥੇ ਕੀਤਾ। ਇਹਨਾਂ ਨੇ ਕਿਹਾ ਅਸੀਂ ਵੀ ਇੱਥੇ ਉਹੀ ਕੰਮ ਕਰਾਂਗੇ। ਇਹਨਾਂ ਦੇ 2-4 ਸੌਂਗ ਚੱਲੇ ਆ ਜੀ ਹੁਣ ਤੱਕ। ਸਾਡਾ ਪ੍ਰੋਗਰਾਮ ਹਾਈ ਫਾਈ ਸੀਗਾ, ਇਹਨਾਂ ਨੂੰ ਲੱਗਾ ਵੀ ਇੱਥੇ ਆਪਣੀ ਐਡਜਸਟਮੈਂਟ ਨਹੀਂ ਹੋਣੀ। ਇਹਨਾਂ ਨੇ ਹੋਰ ਸਿੰਗਰਾਂ ਦੇ ਸੌਂਗ ਜਿਹੜੇ ਕੋਈ ਗਾ ਕੇ ਟਾਈਮ ਪਾਸ ਕੀਤਾ। ਇਹ ਬਹਾਨਾ ਭਾਲਦੇ ਤੋਂ ਜਾਣ ਦਾ, ਜਿਹੜੀ ਕੋਈ ਗੱਲਬਾਤ ਨਹੀਂ ਹੋਈ। ਸਾਤੋਂ 6 ਲੱਖ ਰੁਪਈਆ ਲੈ ਕੇ 4 ਸੌਂਗ ਲਾ ਕੇ ਤੇ ਮੁੰਡਾ ਸਾਡਾ ਜਿਹੜਾ ਸੀਗਾ ਉਹ ਮਤਲਬ ਇਹ ਸ਼ਗਨ ਤੇ ਬੈਠਾ। ਉਦੋਂ ਪਹਿਲਾਂ ਹੀ ਭੱਜ। ਮੇਰਾ ਨਾਮ ਵਰਿੰਦਰ ਤੂਰ ਹੈ। ਵਰਿੰਦਰ ਜੀ ਦੱਸੋਗੇ ਕੀ ਕਾਰਵਾਈ ਹੋਈ ਤੇ ਕੀ ਗੱਲਬਾਤ ਹੋਈ ਹੈ ਵਿਆਹ ਦੇ ਵਿੱਚ? ਦੇਖੋ ਜੀ, ਅਸੀਂ ਸਾਰੇ ਜਣੇ ਆਪਦਾ ਇੰਜੋਏ ਕਰ ਰਹੇ ਸੀਗੇ। ਇਹਨਾਂ ਦੇ ਉੱਤੇ ਸਟੇਜ ਤੇ ਕੋਈ 2 ਬੰਦੇ ਚੜ੍ਹਦੇ ਨੇ। ਇਹਨਾਂ ਦੇ ਕੋਲੇ ਸਰਕਾਰੀ ਗਨਮੈਨ ਨੇ, ਆਪਦੇ ਪਰਸਨਲ ਬੋਡੀਗਾਰਡ ਨੇ। ਉਹ ਤੋਂ ਇਲਾਵਾ ਇਹਨਾਂ ਨੇ 2 ਬੰਦਿਆਂ ਨੂੰ ਸਟੇਜ ਤੇ ਅਲਾਉ ਕੀਤਾ ਆਪਦੀ ਅਥਾਰਟੀ ਤੇ। ਫਿਰ ਉਹਨਾਂ ਬੰਦਿਆਂ ਨਾਲ ਇਹਨਾਂ ਨੇ ਰੌਲਾ ਪਾਇਆ। ਉਹਨੂੰ ਰੌਲਾ ਪਾਉਣ ਤੋਂ ਬਾਅਦ ਕਿੰਨਾ ਬੰਦਿਆਂ ਨਾਲ ਰੌਲਾ ਪਾਇਆ ਜੀ? ਜਿਹਨਾਂ ਨੂੰ ਇਹਨਾਂ ਸਟੇਜ ਤੇ ਅਲਾਉ ਕੀਤਾ, ਇਹਨਾਂ ਨੇ ਆਪ ਕੀਤਾ, ਸਾਨੂੰ ਕਿਸੇ ਨੂੰ ਨਹੀਂ ਪਤਾ। ਇਹਨਾਂ ਨੇ ਆਪਦੀ ਮਰਜ਼ੀ ਨਾਲ 18 ਬੋਡੀਗਾਰਡ ਤੇ 2 ਗਨਮੈਨਾਂ ਨੇ ਉਹ ਬੰਦੇ ਨੂੰ ਉੱਤੇ ਲਿਆਉਂਦਾ ਹੈਗਾ। ਇਹਨਾਂ ਨੇ ਆਪਦੀ ਮਰਜ਼ੀ ਨਾਲ ਗੱਲ ਕੀਤੀ। ਉਸ ਤੋਂ ਬਾਅਦ ਉਹਦੇ ਨਾਲ ਝਗੜਾ ਕਰਕੇ ਇਹ ਸਟੇਜ ਛੱਡ ਦਿੰਦੇ ਆ। ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਮਾਫੀ ਮੰਗੀ ਕਿ ਚਲੋ ਬਾਈ। ਗਾਇਕਰ ਕੌਣ ਸੀ ਜੀ? ਕੀ ਨਾਮ ਸੀ ਗਾਇਕਰ ਦਾ? ਸਿੰਗਰ ਦਾ ਕੀ ਨਾਮ ਸੀ? ਅੰਮ੍ਰਿਤ ਮਾਨ ਸੀਗਾ ਜੀ। ਸਾਡੇ ਨਾਲ ਇਹਨੇ 6.5 ਲੱਖ ਰੁਪਏ 'ਚ ਗੱਲ ਕੀਤੀ ਸੀ। 3 ਘੰਟੇ ਲਾਵਾਂਗੇ, ਠੀਕ ਹੈ ਜੀ। 2:10 ਤੇ ਬੰਦਾ ਆਇਆ, ਠੀਕ ਹੈ ਜੀ। ਤੇ 4 ਵਜੇ ਨੂੰ ਇਹਨੇ ਪਤਾ ਸੀ ਵੀ ਸਮਾਂ ਥੋੜਾ ਹੈ ਮਾੜਾ। ਇਹਨਾਂ ਨੇ ਸਿਰਫ ਇੱਕ ਇਸ਼ੂ ਕ੍ਰੀਏਟ ਕੀਤਾ ਜੀ, ਠੀਕ ਹੈ ਜੀ। ਇੱਕ ਸਟੋਰੀ ਬਣਾਈ ਹੈ ਤੇ ਬੰਦਾ ਚਲਿਆ ਗਿਆ। ਅਸੀਂ ਇਹ ਤੋਂ ਮਾਫੀਆਂ ਵੀ ਮੰਗੀਆਂ। ਅਸੀਂ ਕਿਹਾ ਵੀ ਦੇਖੋ ਤੁਹਾਡੇ ਪੱਖ ਤੇ ਗਲਤੀ ਹੈ, ਫਿਰ ਵੀ ਅਸੀਂ ਮਾਫੀ ਮੰਗਦੇ ਹਾਂ। ਤੁਸੀਂ ਇੱਥੇ ਬਹਿ ਕੇ ਚੀਜ਼ ਨੂੰ ਐਸਕੇਲੇਟ ਨਾ ਕਰੀਏ, ਅਸੀਂ ਇਹਨੂੰ ਸੋਲਵ ਕਰੀਏ। ਪਰ ਉਹ ਬੰਦਾ ਉੱਥੋਂ ਚਲਿਆ ਗਿਆ। ਉਹ ਤੋਂ ਬਾਅਦ ਆਪਦੇ ਜਿਹੜੇ ਸਿਕਿਉਰਿਟੀ ਗਾਰਡ ਸੀ ਉਹਨਾਂ ਨੂੰ ਛੱਡ ਗਿਆ। ਉਹ ਸਾਨੂੰ ਇੱਥੇ ਧਮਕੀ ਦਿੰਦੇ ਆ, ਕਹਿੰਦੇ ਵੀ ਅਸੀਂ ਤਾਂ ਹਿੱਕ ਦੇ ਉੱਤੇ ਸਮਾਨ ਵੀ ਲੈ ਕੇ ਜਾਵਾਂਗੇ, ਨਾਲੇ ਕੋਈ ਕਰਨਾ ਜਿਹਦੇ ਜਦੋਂ ਜੋ ਹੁੰਦਾ ਕਰ ਲਓ। ਸਮਾਨ ਲੈ ਗਏ? ਹੁਣ ਕਿਵੇਂ? ਸਮਾਨ ਇੱਥੋਂ ਹੌਲੀ ਲੈ ਕੇ ਜਾ ਰਹੇ ਆ ਜੀ। ਪੁਲਿਸ ਇਹਨਾਂ ਦਾ ਸਾਥ ਦੇ ਰਹੀ ਹੈ। ਸਾਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਕਰ, ਅਸੀਂ ਪੁਲਿਸ ਵਾਲਿਆਂ ਨੂੰ ਵੀ ਇਹ ਕਿਹਾ ਕਿ ਤੁਸੀਂ ਜੋ ਵੀ ਲੀਗਲੀ ਹੈਗਾ ਤੁਸੀਂ ਉਹ ਸਾਡੇ ਨਾਲ ਕਰ ਲਓ। ਤੇ ਇਹ ਸਾਡਾ ਸਮਾਨ ਜਿਹੜਾ ਸਾਡਾ ਆਪਦਾ ਸੀਗਾ ਜੀ, ਪਰ ਇਹ ਫੇਰ ਵੀ ਲੈ ਕੇ ਜਾ ਰਹੇ ਨੇ, ਠੀਕ ਹੈ। ਤੇ ਇਹ ਕਹਿੰਦੇ ਵੀ ਨਹੀਂ ਅਸੀਂ ਤਾਂ ਐਂ ਹੀ ਜਾਵਾਂਗੇ। ਬਾਹਰ ਇਹਨਾਂ ਦੇ ਗੁੰਡੇ ਖੜੇ ਆ ਜੀ, ਸਾਰਿਆਂ ਨੂੰ ਧਮਕਾ ਰਹੇ ਨੇ ਇੱਥੇ ਗੇਟ ਦੇ ਉੱਤੇ। ਪੁਲਿਸ ਵਾਲੇ ਇੱਥੇ ਆਰਾਮ ਨਾਲ ਖੜੇ ਨੇ ਜੀ, ਕੋਈ ਨਹੀਂ। ਆਉਣ ਜਾਣ ਵਾਲੇ ਸਾਰਿਆਂ ਨੂੰ ਧਮਕੀਆਂ ਤੇ ਗਾਲਾਂ ਕੱਢੀਆਂ ਜਾ ਰਹੀਆਂ ਨੇ। ਤੁਹਾਡੇ ਵੱਲੋਂ ਬੁਲਾਈ ਗਈ ਹੈ? ਉਧਰੋਂ ਉਹਨਾਂ ਨੂੰ ਕੀਤਾ ਗਿਆ ਜੀ, ਠੀਕ ਹੈ ਜੀ। ਪਹਿਲਾਂ ਉਹਦੇ ਨਾਲ ਸੀਗੇ ਤੇ ਹੁਣ ਵੀ ਉਹ ਗਾਲਾਂ ਕੱਢਦੇ ਹੋਏ ਉਹਨਾਂ ਸਾਨੂੰ ਕਹਿੰਦੇ ਨੇ ਸਾਡੇ ਇੱਥੋਂ ਕਿਸੇ ਨੇ ਕੋਈ ਗਾਲ ਨਹੀਂ ਕੱਢੀ। ਇਹਨਾਂ ਨੇ ਪੁਲਿਸ ਵਾਲੇ ਸਾਹਮਣੇ ਵੀ ਤੇ ਇੱਥੇ ਮੌਜੂਦਗੀ ਦੇ ਵਿੱਚ ਸਾਰਿਆਂ ਦੇ ਗਾਲਾਂ ਕੱਢ ਰਹੇ ਨੇ ਜੀ। ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਉਲਟਾ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਪਾਸੇ ਹੋ। ਕਿਉਂਕਿ ਅੱਜ ਇੱਥੇ ਸਿਟੀ ਪਾਰਕ ਮੈਰਿਜ ਪੈਲੇਸ ਵਿੱਚ ਸਿੰਗਰ ਅੰਮ੍ਰਿਤ ਮਾਨ ਆਏ ਸੀਗੇ
ਉਹਨਾਂ ਨੂੰ ਕੁਝ ਵਿਅਕਤੀ ਸੈਲਫੀ ਲੈਣਾ ਚਾਹੁੰਦੇ ਸੀਗੇ, ਸਟੇਜ ਤੇ ਧੱਕੇ ਨਾਲ ਚੜ੍ਹ ਰਹੇ ਸੀਗੇ ਤੇ ਉਹਨਾਂ ਦਾ ਆਪਸ ਵਿੱਚ ਕਾਫੀ ਤਕਰਾਰ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਅੰਮ੍ਰਿਤਮਾਨ ਸਟੇਜ ਛੱਡ ਕੇ ਚਲੇ ਗਏ। ਪਰਿਵਾਰ ਨੇ ਕਾਫੀ ਰੋਸ ਕੀਤਾ ਤੇ ਉਹਦਾ ਜਿਹੜਾ ਸਮਾਨ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਤੁਹਾਡੇ ਵੱਲੋਂ ਕੀ ਕਾਰਵਾਈ ਹੋਈ? ਅਸੀਂ ਮੌਕੇ ਤੇ ਪਹੁੰਚੇ ਹੈਗੇ, ਜਿੱਦਾਂ ਦੇ ਹਾਲਾਤ ਹੋਣ ਉੱਦਾਂ ਦੀ ਕਾਰਵਾਈ ਸਮਝ ਲਵਾਂਗੇ। ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਅਧੀਨ ਪੈਂਦੇ ਨੰਗਲ ਵਿਖੇ ਇੱਕ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਇਸ ਵਿੱਚ ਕਾਰ ਵਿੱਚ ਸਵਾਰ 4 ਵਿਅਕਤੀਆਂ ਵਿੱਚੋਂ 3 ਦੀ ਮੌਕੇ ਤੇ ਹੀ ਮੌਤ ਹੋ ਗਈ ਹੈ, ਜਦਕਿ ਇੱਕ ਨੂੰ ਲੋਕਾਂ ਵੱਲੋਂ ਬਚਾ ਲਿਆ ਗਿਆ। ਜ਼ਿਕਰਯੋਗ ਹੈ ਇਹ ਘਟਨਾ MP ਕੋਠੀ ਨੇੜੇ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸ਼ਿਕਾਰ ਹੋਏ ਨੌਜਵਾਨ ਨੰਗਲ ਦੀ ਜਵਾਹਰ ਮਾਰਕੀਟ ਦੇ ਵਸਨੀਕ ਸਨ। BBMB ਮੁਲਾਜ਼ਮ ਮੋਹਨ ਲਾਲ ਆਪਣੀ ਪਤਨੀ, ਭੈਣ ਅਤੇ ਭਰਜਾਈ ਨਾਲ ਬਾਬਾ ਧੋਨੇਵਾਲਾ ਮੰਦਿਰ ਵਿੱਚ ਮੱਥਾ ਟੇਕਣ ਲਈ ਆਪਣੇ ਘਰ ਤੋਂ ਜਾ ਰਹੇ ਸੀ। ਰਸਤੇ ਵਿੱਚ ਅਚਾਨਕ ਕਾਰ ਬੇਕਾਬੂ ਹੋ ਕੇ ਭਾਖੜਾ ਨਹਿਰ ਵਿੱਚ ਜਾ ਡਿੱਗੀ। ਹਾਦਸੇ ਤੋਂ ਬਾਅਦ ਲੋਕਾਂ ਨੇ ਮੋਹਨ ਲਾਲ ਨੂੰ ਤਾਂ ਸੁਰੱਖਿਅਤ ਬਚਾ ਲਿਆ, ਪਰ ਕਾਰ ਸਮੇਤ ਉਸ ਦੀ ਪਤਨੀ ਸਰੋਜ, ਭੈਣ ਸੁਮਨ ਅਤੇ ਜੀਜਾ ਅਕਸ਼ੇ ਪਾਣੀ ਦੇ ਤੇਜ਼ ਕਰੰਟ ਵਿੱਚ ਰੁੜ ਗਏ। ਇਹਨਾਂ ਦੀ ਬੇਟੀ ਦਾ ਕਿ ਇਹ ਸਾਡੇ ਘਰ ਮਿਸ ਹੈਪਨਿੰਗ ਹੋ ਗਈ, ਤੁਸੀਂ ਜਲਦੀ ਆਓ। ਇਹਨਾਂ ਦੀ ਬੇਟੀ, ਇਹਨਾਂ ਦਾ ਮੇਰਾ ਇੱਕ ਯਾਰ ਦੋਸਤ ਕਪਲ। ਕੌਣ ਹੈ ਪਰਿਵਾਰ? ਇਹ ਪਰਿਵਾਰ ਸਾਡੇ ਜਵਾਹਰ ਮਾਰਕੀਟ ਤੋਂ ਪੰਡਤਾਂ ਦਾ ਪਰਿਵਾਰ ਹੈ। ਬਿਆਸਾ ਦੇਵੀ ਇਹਨਾਂ ਦੀ ਦਾਦੀ ਤੀ, ਇਹਨਾਂ ਦੀ, ਉਹਨਾਂ ਦਾ ਮੁੰਡਾ ਮੋਹਨ ਲਾਲ, ਉਹਨਾਂ ਦਾ ਜਵਾਈ ਅਕਸ਼ੇ ਕੁਮਾਰ, ਇੱਕ ਉਹਨਾਂ ਦੀ ਸਿਸਟਰ ਤੀ ਸੁਮਲਤਾ, ਇੱਕ ਉਹਨਾਂ ਦੀ ਉਹ ਤੀ ਵਾਈਫ ਮੋਹਨ ਭਾਈ ਦੀ, ਠੀਕ ਹੈ, ਸਰੋਜਵਾਲ। ਇਹ ਚਾਰੇ ਬਾਬਾ ਧੂਨੇ ਮੱਥਾ ਟੇਕਣ ਜਾ ਰਹੇ ਤੇ ਉਹਨੇ ਗੱਡੀ ਮੋਹਨੀ ਬਾਬਾ ਧੂਨੇਵਾਲ, ਗੱਡੀ ਅਕਸ਼ੇ ਕੁਮਾਰ ਜੀ ਯਾਰ ਦੇ ਜਵਾਈ ਉਹਨਾਂ ਦਾ, ਉਹ ਗੱਡੀ ਸਿੱਧੀ ਨਹਿਰ 'ਚ ਚੱਲ ਗਈ। ਠੀਕ ਹੈ, ਮੈਂ ਜੋ ਇਨਫੋਰਮੇਸ਼ਨ ਲੈ ਕੇ ਆਇਆ ਉਹਦੇ ਬਾਅਦ ਮੈਂ ਤੁਰੰਤ ਫਿਰ DSP ਸਾਹਿਬ ਨੂੰ ਫੋਨ ਕੀਤਾ। ਉਹ ਨਹੀਂ ਹੈ ਬਾਹਰ ਹੈ, ਮਤਲਬ ਉਹ ਨਹੀਂ ਬੜਾ ਸਕਦਾ ਕਿ ਮੈਂ ਕਹਿੰਦਾ ਜੀ ਕਿ ਮੇਰੀ SSO ਸਾਹਿਬ ਨਾਲ ਗੱਲ ਹੋਈ। SSO ਸਾਹਿਬ ਨੇ ਕਿ ਬੰਦੇ ਭੇਜਦੇ ਆ, ਅਸੀਂ ਵੱਧ ਤੋਂ ਵੱਧ ਜਲਦੀ ਹੁਣ ਜਿਹੜੇ 3 ਬੰਦੇ ਆ, ਇੱਕ ਮੋਹਣੇ ਭਾਈ ਦੇ ਘਰ ਭਜਾਤੇ, ਬਾਹਰ ਕੱਢ ਲਿਆ ਜੀ। ਹਾਂ, ਲੋਕਾਂ ਦੀ ਮਦਦ ਨਾਲ ਜੀ, ਲੋਕਾਂ ਨਾਲ ਬਹੁਤ ਸਾਥ ਆ ਜੀ। ਹੈ ਤਾਂ ਮੰਦਭਾਗੀ ਘਟਨਾ ਜੀ, ਕਿਸੇ ਨਾਲ ਵੀ ਹੋਣਾ ਚਾਹੀਦੀ, ਮਤਲਬ ਫਿਰ ਵੀ ਆਪਾਂ ਫੁੱਲ ਕੋਸ਼ਿਸ਼ ਕਰਾਂਗੇ ਕਿ ਇਹ ਬਚਾਇਆ ਜਾਵੇ। ਇਹ ਗੱਲ ਇਸ ਤਰ੍ਹਾਂ ਜੀ, ਮੈਂ ਗੱਡੀ ਲੈ ਕੇ ਨਾ ਨਿਕਲੇ ਸੀਗੇ, ਇਹ ਸਾਨੂੰ ਤੁਰੰਤ ਫੋਨ ਆ ਗਿਆ ਕਿ ਇੱਦਾਂ ਦਾ ਗੱਡੀ ਨਾ ਕਪਲੇ ਹੋਰਾਂ ਦੀ ਗੱਡੀ ਗਿਰ ਗਈ ਨਹਿਰ ਦੇ ਵਿੱਚ। ਅਸੀਂ ਤੁਰੰਤ ਪਹੁੰਚ ਗਏ ਇੱਥੇ। ਜਿਸ ਇੱਥੇ ਪਹੁੰਚੇ ਨਾ ਅਸੀਂ ਤਾਂ ਵਿੱਚੋਂ ਮੋਹਨ ਲਾਲ ਜੀ ਨਿਕਲੇ, ਜਿਹੜੇ ਮੇਨ ਇਹਨਾਂ ਦੇ ਘਰ ਦੇ ਬੰਦੇ ਨਾ, ਵੱਡੇ ਭਰਾ ਇਹਨਾਂ ਦੇ। ਮੋਹਨ ਲਾਲ ਜੀ ਨਿਕਲੇ। ਮੈਂ ਉਹਨੂੰ ਪੁੱਛਿਆ, ਵੀਰ ਜੀ ਕੀ ਗੱਲ ਹੋਈ? ਕਹਿੰਦਾ ਗੱਡੀ ਨਹਿਰ 'ਚ ਗਿਰ ਗਈ ਸਾਡੀ। ਮੈਂ ਸੀਗਾ, ਮੇਰੀ ਮਿਸਿਸ ਸੀਗੀ, ਤਾਂ ਮੇਰਾ ਜਵਾਈ ਸੀਗਾ, ਤਾਂ ਮੇਰੀ ਸਾਡੀ ਸਿਸਟਰ ਸੀਗੀ। ਠੀਕ ਹੈ। ਮੈਂ ਕਿਹਾ, ਕਹਿੰਦਾ ਮੈਂ ਠੀਕ ਹੈ, ਬਾਕੀ ਤਿੰਨੇ ਵਿੱਚ ਕਹਿੰਦਾ ਡੁੱਬ ਗਏ। ਅੱਛਾ। ਤਾਂ ਉਹ ਚੱਲੇ ਸੀ ਧੂਣੇ ਬਾਬਾ ਮੱਥਾ ਟੇਕਣ ਚੱਲੇ ਸੀ ਇੱਥੇ ਨਾ। ਠੀਕ ਹੈ। ਜਵਾਹਰ ਮਾਰਕੀਟ ਚੱਲੇ, ਲక్ష్ਮੀ ਨਾਰਾਇਣ ਮੰਦਿਰ ਕੋਲ ਘਰ ਆ ਉਹਨਾਂ ਦਾ। ਠੀਕ ਹੈ। ਉੱਥੋਂ ਆਏ, ਜਿੱਦਾਂ ਹੀ ਮੋੜ ਟਰਨ ਕੀਤਾ ਨਾ ਗੱਡੀ ਦਾ, ਅਸੀਂ ਹੋਰ ਵੀ ਸਾਨੂੰ ਬੰਦੇ ਦੱਸ ਰਹੇ, ਜਿੱਦਾਂ ਕਹਿੰਦੇ ਟਰਨ ਕੀਤਾ ਨਾ ਗੱਡੀ ਵਿੱਚ ਗਿਰ ਗਈ ਨਹਿਰ ਦੇ। ਠੀਕ ਹੈ। ਉਹ ਫਿਰ ਤੈਰਦੀ ਆਈ ਇੱਥੇ ਤੱਕ ਜੀ। ਠੀਕ ਹੈ। ਬੰਦੇ ਬਹੁਤ ਆ ਕੇ ਇਕੱਠੇ ਹੋ ਗਏ, ਰੱਸਾ ਵੀ ਪਾ ਲਿਆ ਗੱਡੀ ਨੂੰ। ਇੱਥੇ ਆ ਕੇ ਅਚਾਨਕ ਗੱਡੀ ਦਾ ਸ਼ੀਸ਼ਾ ਖੁੱਲ ਗਿਆ। ਅੱਛਾ। ਸ਼ੀਸ਼ਾ ਖੁੱਲਣ ਤੋਂ ਬਾਅਦ ਕੀ ਹੋਇਆ, ਬੰਦਿਆਂ ਨੇ ਉਸ ਮੋਹਨ ਸਿੰਘ ਨੂੰ ਬਾਹਰ ਕੱਢ ਲਿਆ। ਠੀਕ ਹੈ। ਬਾਕੀ ਉਹਦੇ ਘਰ ਦੇ ਨੂੰ ਤਲਾਹ ਕਰਤੀ ਸਾਰਿਆਂ ਨੂੰ। ਅਸੀਂ ਘਰ ਦੇ ਵੀ ਪਹੁੰਚ ਗਏ ਇੱਥੇ ਆ ਕੇ। ਘਰ ਦੇ ਕੋਲ ਪੁੱਛਿਆ ਅਸੀਂ ਵੀ ਦੱਸੋ ਕੌਣ ਸੀ ਗੱਡੀ 'ਚ ਬੈਠਿਆ। ਤਾਂ ਉਹਨਾਂ ਦੀ ਛੋਟੀ ਭਰਜਾਈ ਆ, ਉਹ ਕਹਿੰਦੀ ਹੈਗੀ ਵੀ ਘਰ ਦੇ ਬੰਦੇ 4 ਮੈਂਬਰ ਸੀਗੇ। ਇੱਕ ਸਾਡੀ ਭੈਣ ਹੋਈ ਸੀਗਾ ਕਹਿੰਦਾ, ਇੱਕ ਸਾਡੀ ਭੈਣ ਸੀਗੀ, ਇੱਕ ਭਾਈ ਸਾਹਿਬ ਤੇ ਇੱਕ ਭਾਬੀ ਸਾਡੇ। 4 ਹੀ ਸੀਗੇ, ਕੋਈ ਬੱਚਾ ਨਾਲ ਨਹੀਂ ਸੀਗਾ। ਮਤਲਬ ਇੱਕ ਬੰਦਾ ਜਿਹੜਾ ਸੁਰੱਖਿਅਤ ਬਾਹਰ ਤੇ ਬਾਕੀ ਗੱਡੀ 'ਚ ਹੀ ਆ। ਬਿਲਕੁਲ ਇੱਕ ਬੰਦਾ ਬਾਹਰ। As minorities, we are not consulted in the making of or drafting of the budget. So I can't speak professionally about it because we are never consulted. The other thing is that the Shromani Gurdwara Prabandhak Committee is the mini parliament of the Sikhs. Elections to that have not been held for the last 12 years. And it is the responsibility of the Union Home Minister to hold these elections. Then, Madam Chairperson, is the question of the Sikh prisoners who have been political prisoners who've been languishing in jails for the last 32 years, and they have not been freed, though Bibi Bano's rapists and her relatives' murderers were set free on 15th of August, which is the Independence Day. The other thing is that 2 Sikh leaders, Deep Singh Sidhu Moosewal, and 2 Russian dissidents in Odisha, they have all been killed under mysterious circumstances, and we want a top investigation of these murders.
Then cases of sacrilege of the Sikh religion have been committed since 2015 and the culprits have not been arrested. The MSP in agriculture, it's a Swaminathan report in agriculture, Narega, fertilizer subsidy, we want these on priority. In the defense sector, the flying crafts, the squadrons of the Air Force have depleted to a very considerable content. And the Jaguar aircraft, the Mirage aircraft, and the MiG series are going to be phased out. So we cannot fight a two-front war. And then 4-year tenure for a soldier is insufficient. This governments which have come into being post-1947 have no experience in military matters. And we are afraid that the defense is getting very, very weak. Madam, then there are no judges, 6 judges in the Supreme Court or Chief Justices in the High Courts. And in the Union Territories and in the Parliament, we see no Sikh officer or Sikh person, which is very, very sad. Then, in foreign affairs, the Indian government has not criticized the Russian occupations in Ukraine. In 2014, Russia occupied Crimea. Now, if India does not criticize these occupations in Ukraine, then it would mean that it has accepted the Chinese aggression in Ladakh and Nifa. These are some of the points. And 60,000 farmers were divested of their legitimate lands, farmlands, in Gujarat in 2013. We wish the Prime Minister would do something about them and rehabilitate them. And one good word for the Prime Minister, he is doing very well for the poor people. But his party men are putting on too much weight on their tummies. I wonder whether they are working for the poor or fattening themselves on the money the Prime Minister is giving to the poor. बहुत मोटे हो रहे हो. Thank you, madam. ਹੁਣ ਸੱਜਣ ਕੁਮਾਰ ਦੇ ਨਾਲ ਜੋ ਦੂਜਾ ਕੋ-ਅਕਿਊਜ਼ਡ ਸੀ, ਸੱਜਣ ਕੁਮਾਰ ਦੇ ਨਾਲ ਸਜ਼ਾ ਮਿਲੀ ਸੀ ਇੱਕ ਐਕਸ ਕਾਉਂਸਲਰ ਬਲਵਾਨ ਖੋਖੜ ਨੂੰ, ਇੱਕ ਐਕਸ ਐਮਐਲਏ ਮਹਿੰਦਰ ਯਾਦਵ ਨੂੰ ਤੇ 3 ਹੋਰ ਲੋਕਾਂ ਨੂੰ। ਜੋ ਐਕਸ ਐਮਐਲਏ ਸੀ ਮਹਿੰਦਰ ਯਾਦਵ, ਉਹਦੀ ਤਾਂ ਜੇਲ੍ਹ ਦੇ ਵਿੱਚ ਹੀ ਡੈਥ ਹੋ ਚੁੱਕੀ ਆ। ਉਹਨੇ ਵੀ ਆਪਣੀ 2-3 ਵਾਰੀ ਬੇਲ ਦੇ ਵਾਸਤੇ ਅਪਲਾਈ ਕੀਤਾ ਸੀ, ਬੇਲ ਨਹੀਂ ਮਿਲੀ, ਜੇਲ੍ਹ 'ਚ ਉਹਦੀ ਡੈਥ ਹੋ ਗਈ। ਸੱਜਣ ਕੁਮਾਰ ਨੇ ਵੀ 2-3 ਵਾਰੀ ਆਪਣੀ ਬੇਲ ਦੇ ਵਾਸਤੇ ਅਪਲਾਈ ਕੀਤਾ ਤੇ ਲਗਭਗ ਹਰ 2 ਮਹੀਨੇ ਬਾਅਦ ਪਿਛਲੇ 4 ਸਾਲ ਤੋਂ ਉਹਦੀ ਜੇਲ੍ਹ ਵਿੱਚ ਆ ਤੇ ਹਰ 2 ਮਹੀਨੇ ਬਾਅਦ 3 ਮਹੀਨੇ ਬਾਅਦ ਕੋਈ ਨਾ ਕੋਈ ਬਹਾਨਾ ਬਣਾ ਕੇ, ਕਦੇ ਬਿਮਾਰੀ ਦਾ ਬਹਾਨਾ ਬਣਾ ਕੇ, ਕਦੇ ਮੈਨੂੰ ਕੈਂਸਰ ਆ, ਕਦੇ ਕੁਛ ਨਾ ਕੁਛ ਕਰਕੇ ਉਹ ਲਗਾਤਾਰ ਉਹ ਸੁਪਰੀਮ ਕੋਰਟ ਦੇ ਵਿੱਚ ਆਉਂਦਾ ਰਹਿੰਦਾ ਸੀ। ਦੂਸਰਾ ਇਹ ਬਲਵੰਤ ਖੋਖੜ ਜਿਹੜਾ ਐਕਸ ਕਾਉਂਸਲਰ ਆ, ਉਹਦੀ ਵੀ ਕਈ ਵਾਰੀ ਉਹ ਬੇਲ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਆਇਆ ਤੇ ਅੱਜ ਫਿਰ ਉਹਦੀ ਐਪਲੀਕੇਸ਼ਨ ਲੱਗੀ ਸੀ। ਉਸਨੇ ਕਿਹਾ ਕਿ ਮੈਨੂੰ ਤਕਰੀਬਨ 9-10 ਸਾਲ ਹੋ ਗਏ ਆ, 9 ਸਾਲ ਤੋਂ ਉੱਪਰ ਹੋ ਗਿਆ ਮੈਨੂੰ ਜੇਲ੍ਹ ਵਿੱਚ, ਕਿਉਂਕਿ 2013 ਅਪ੍ਰੈਲ ਦਾ ਉਹ ਜੇਲ੍ਹ ਵਿੱਚ ਆ ਤੇ ਉਸਨੇ ਨਾਲੇ ਉਹਨੇ ਕਿਹਾ ਮੇਰੀ 50% ਡਿਸੇਬਿਲਟੀ ਆ ਤੇ ਮੈਨੂੰ ਜ਼ਮਾਨਤ ਦੇਣੀ ਚਾਹੀਦੀ ਹੈ। ਅੱਜ ਸੁਪਰੀਮ ਕੋਰਟ ਨੇ ਉਹਦੀ ਜ਼ਮਾਨਤ ਦੀ ਐਪਲੀਕੇਸ਼ਨ ਡਿਸਮਿਸ ਤਾਂ ਕੀਤੀ ਹੈ, ਨਾਲ ਇਹ ਵੀ ਕਿਹਾ ਕਿ ਜੇ ਕੋਈ ਨਾਰਮਲ ਕੇਸ ਹੁੰਦਾ ਤਾਂ ਅਸੀਂ ਜ਼ਮਾਨਤ ਦੇ ਦਿੰਦੇ, ਪਰ ਇਹ ਕਿਉਂਕਿ ਇੱਕ ਕਤਲੇਆਮ ਸਿੱਖਾਂ ਐਡੇ ਵੱਡੇ ਕਤਲੇਆਮ ਦਾ ਕੇਸ ਆ ਤਾਂ ਇਸ ਦੇ ਵਿੱਚ ਅਸੀਂ ਜ਼ਮਾਨਤ ਨਹੀਂ ਦੇ ਰਹੇ। ਨਾਲ ਦੀ ਨਾਲ ਸੱਜਣ ਕੁਮਾਰ ਦੇ ਵਕੀਲ ਨੇ ਕਿਹਾ ਕਿ ਜਲਦੀ ਸਾਡਾ ਕੇਸ ਦੀ ਸੁਣਵਾਈ ਜਲਦੀ ਕਰੋ। ਉਹ ਵੀ ਕੋਰਟ ਨੇ ਮਨਾ ਕਰਤਾ ਕਿ ਆਪਣੀ ਟਰਨ ਦੇ ਉੱਤੇ ਕੇਸ ਆਊਗਾ। ਦੇਖੋ ਇਹ ਨਾ ਪਹਿਲਾਂ ਹਰ 2-3 ਮਹੀਨੇ ਬਾਅਦ, ਮੈਂ ਤੁਹਾਨੂੰ ਵੀਡੀਓ ਪਾ ਕੇ ਦੱਸਦੇ ਰਿਹਾ, ਹਰ 2-3 ਮਹੀਨੇ ਬਾਅਦ ਕਦੇ ਉਹ ਮਹਿੰਦਰ ਯਾਦਵ ਦੀ ਬੇਲ, ਕਦੇ ਬਲਵੰਤ ਖੋਖੜ ਦੀ, ਜਾਂ ਸੱਜਣ ਕੁਮਾਰ ਦੀਆਂ, ਕਿੰਨੇ ਵਾਰੀ ਸੱਜਣ ਕੁਮਾਰ ਦੀਆਂ ਲੱਗੀਆਂ ਤੇ ਇਹ ਕੋਸ਼ਿਸ਼ ਕਰਦੇ ਰਹਿੰਦੇ ਸੀ। ਤੇ ਹੁਣ ਅੱਜ
ਜਿਹੜਾ ਬੇਲ ਵੀ ਇਹਨਾਂ ਦੀ ਹੋ ਗਈ ਸਾਰਿਆਂ ਦੀ ਡਿਸਮਿਸ। ਇਹ ਜੇਲ੍ਹ ਵਿੱਚ ਬੈਠੇ ਆ। ਸੱਜਣ ਕੁਮਾਰ ਨੂੰ 4 ਸਾਲ ਹੋ ਗਏ, ਇਹਨੂੰ ਮਹਿੰਦਰ ਇਹਨੂੰ ਬਲਵਾਨ ਖੋਖੜ ਨੂੰ ਤਕਰੀਬਨ 10 ਸਾਲ ਹੋਣ ਵਾਲੇ ਆ, ਤੇ ਹੁਣ ਇਹ ਜੇਲ੍ਹ 'ਚ ਹੀ ਰਹਿਣਗੇ। ਤੇ ਇਹਨਾਂ ਦੀ ਅਪੀਲ ਵੀ ਹੁਣ ਨੰਬਰ ਦੇ ਮੁਤਾਬਕ ਕਮ ਸੇ ਕਮ 3-4 ਸਾਲ ਬਾਅਦ ਇਹ ਪੇਸ਼ੀ ਉੱਤੇ ਇਹਨਾਂ ਦੀ ਅਪੀਲ ਆਊਗੀ। ਤੇ ਇਹ ਅੱਜ ਦੀ ਬਹੁਤ ਵੱਡੀ ਡਿਵੈਲਪਮੈਂਟ ਆ। ਮੈਂ ਕਿਹਾ ਇਹ ਵੀ ਤੁਹਾਨੂੰ ਦੱਸਾਂ, ਇਹ ਤੁਹਾਡੇ ਨਾਲ ਸ਼ੇਅਰ ਕਰਾਂ। ਤੇ ਦੂਸਰਾ ਜਿਹੜਾ ਇੱਕ ਹੋਰ ਅੱਜ ਤੁਹਾਨੂੰ ਦੱਸਣਾ ਸੀ, ਅੱਜ ਮੈਨੂੰ ਫੋਨ ਆਇਆ, ਇੱਕ ਫਿਲਮ ਪ੍ਰੋਡਿਊਸਰ ਆ ਲਾਲ ਵਿਜੇ ਸਹਦੇਵ। ਉਹ ਨਾ ਬੜੀ ਦੇਰ ਤੋਂ ਕੋਸ਼ਿਸ਼ ਕਰ ਰਿਹਾ ਸੀ 1984 ਦੇ ਟਰੂ ਸਟੋਰੀ ਦੇ ਬੇਸ ਦੇ ਉੱਤੇ ਫਿਲਮ ਬਣਾਉਣ ਦੀ। ਉਹ ਸੱਜਣ ਕੁਮਾਰ ਵਾਲਾ ਕੇਸ ਹੀ ਆ। ਸੱਜਣ ਕੁਮਾਰ ਦੇ ਕੇਸ ਦੇ ਵਿੱਚ ਇੱਕ ਲੜਕੀ ਗਵਾਹ ਨਿਰਪ੍ਰੀਤ ਕੌਰ, ਉਹ ਨਿਰਪ੍ਰੀਤ ਕੌਰ ਦੀ ਸਟੋਰੀ ਨੂੰ ਲੈ ਕੇ ਉਹ ਫਿਲਮ ਬਣਾਉਣਾ ਚਾਹੁੰਦਾ, ਕਿਉਂਕਿ ਨਿਰਪ੍ਰੀਤ ਦੇ ਸਾਹਮਣੇ ਉਹਦੇ ਫਾਦਰ ਨੂੰ ਮਾਰਿਆ ਸੀ। ਨਿਰਪ੍ਰੀਤ ਨੂੰ ਤੋਂ ਬਾਅਦ ਜਾ ਕੇ ਮੁੰਡਿਆਂ ਨੂੰ ਜੁਆਇਨ ਕਰ ਲਿਆ ਸੀ। ਉਹ ਮਿਲੀਟੈਂਸੀ ਵਿੱਚ ਚਲੀ ਗਈ ਸੀ। ਉਹ ਬਹੁਤ ਜ਼ਿਆਦਾ ਉਹਨੂੰ ਪੁਲਿਸ ਨੇ ਫੜ ਕੇ ਟੌਰਚਰ ਕੀਤਾ। ਸਮੇਤ ਸੈਣੀ ਨੇ ਉਹਨੂੰ ਮਾਰਨ ਦੀ ਵੀ ਬੜੀਆਂ ਕੋਸ਼ਿਸ਼ ਕੀਤੀਆਂ। ਬੜੀ ਲੰਬੀ ਸਟੋਰੀ ਆ। ਉਹ 8.5 ਸਾਲ ਜੇਲ੍ਹ 'ਚ ਵੀ ਰਹੀ। ਤੇ ਉਹ ਸਾਰੀ ਮਤਲਬ ਕਿ ਉਹਦੀ ਲਾਈਫ ਇੰਨੀ ਜ਼ਿਆਦਾ ਮਤਲਬ ਕਿ ਉਹ ਸਟੋਰੀ ਜਿਹੜੀ ਹੈ ਬੜੀ ਇੱਕ ਤਰ੍ਹਾਂ ਦੀ ਬਹੁਤ ਹੀ ਟੌਰਚਰਸ ਉਹਦੀ ਲਾਈਫ ਰਹੀ ਆ, ਜਿਵੇਂ ਜਿਵੇਂ ਇਹਨਾਂ ਨੇ ਉਹਨੂੰ ਟੌਰਚਰ ਕੀਤਾ। ਉਸ ਤੋਂ ਮਗਰੋਂ ਫਿਰ ਉਹ ਸੱਜਣ ਕੁਮਾਰ ਤੇ ਕੇਸ ਵਿੱਚ ਆ ਕੇ ਮੁੱਖ ਗਵਾਹ ਬਣੀ। ਤੇ ਉਹ ਹੁਣ ਉਹਦੀ ਗਵਾਹੀ ਦਾ ਦੂਜੇ ਜਗਦੀਸ਼ ਕੌਰ ਤੇ ਜਗਸ਼ੇਰ ਸਿੰਘ ਦੀ, ਪਰ ਨਿਰਪ੍ਰੀਤ ਦੀ ਵੀ ਗਵਾਹੀ ਦੇ ਬੇਸ ਦੇ ਉੱਤੇ ਇਹ ਸੱਜਣ ਕੁਮਾਰ, ਇਹ ਬਲਵਾਨ ਖੋਖਰ ਤੇ ਇਹ ਮਹਿੰਦਰ ਜਾਦਵ, ਇਹ ਸਾਰੇ ਸੀਗੇ ਉਹਦੇ ਫਾਦਰ ਨੂੰ ਵੀ ਮਾਰਨ ਵਾਲੇ। ਇਹਨਾਂ ਨੂੰ ਸਜ਼ਾ ਮਿਲੀ ਹੈ। ਤੇ ਉਹ ਇਹ ਪਿਛਲੇ 4 ਸਾਲ ਤੋਂ ਲਾਲ ਬਾਬੂ ਸ਼ਾਹਦੇਓ ਇਹ ਕੋਸ਼ਿਸ਼ ਕਰ ਰਿਹਾ ਸੀ। 2019 'ਚ ਮੇਰੇ ਕੋਲ ਆਇਆ ਸੀ ਕਿ ਜੀ ਮੈਂ 1984 ਦੇ ਉੱਤੇ ਟਰੂ ਸਟੋਰੀ ਤੇ ਕੋਈ ਵੀ ਫਿਲਮ ਨਹੀਂ ਬਣੀ। ਦੇਖੋ ਫਿਕਸ਼ਨ ਤੇ ਤਾਂ ਬਣੀਆਂ ਜੋ ਫਿਕਸ਼ਨ ਤੇ, ਪਰ ਜੋ ਟਰੂ ਸਟੋਰੀ ਦੇ ਉੱਤੇ ਹੁੰਦਾ ਨਾ, ਉਹਦਾ ਆਪਣਾ ਹੀ ਇੰਪੋਰਟੈਂਸ ਹੁੰਦੀ ਆ। ਤੇ ਅੱਜ ਉਹਦਾ ਹੀ ਮੈਨੂੰ ਫੋਨ ਆਇਆ ਕਿ ਇਹ ਹੁਣ ਪ੍ਰੋਜੈਕਟ ਮੇਰੇ 3-4 ਸਾਲ ਦੀ ਮਿਹਨਤ ਮੇਰੀ ਸਿਰੇ ਚੜ੍ਹ ਰਹੀ ਆ, ਤੇ ਉਹਦੀ ਸਾਰੀ ਕਾਸਟ ਵੀ ਫਾਈਨਲ ਹੋ ਗਈ। ਤੇ ਉਹਦੀ ਹੁਣ ਸ਼ੂਟਿੰਗ ਉਹਨੇ ਫਰਵਰੀ ਦੇ ਮਹੀਨੇ 'ਚ ਹੀ ਸ਼ੁਰੂ ਕਰਨੀ ਆ। ਤੇ ਉਹਨੇ ਕਿਹਾ ਕਿ ਟਾਰਗੇਟ ਕਰ ਰਿਹਾ ਕਿ ਇਹ ਫਿਲਮ ਹੁਣ ਇਸੇ ਸਾਲ ਦੇ ਵਿੱਚ ਐਨਵਰਸਰੀ ਤੱਕ ਇਹਨੂੰ ਰਿਲੀਜ਼ ਕੀਤੀ ਜਾਵੇ। ਤੇ ਇਹ ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਪ੍ਰੀਤਨਾਮਾ ਟੀਵੀ ਨਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।